ਸਾਬਕਾ ਵਜ਼ੀਰ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਲਾਂ ਵਧੀਆਂ ਨੇ। ਸੁੰਦਰ ਸ਼ਾਮ ਅਰੋੜੇ ਦੇ ਸੰਦਰਭ 'ਚ ਵਿਜੀਲੈਂਸ ਨੇ PSI EC ਮਾਮਲੇ 'ਚ ਫਿਲਿਪਸ ਕੰਪਨੀ ਦੇ ਮਾਮਲੇ ਨੂੰ ਲੈ ਕੇ ਵੀ ਜਾਂਚ ਆਰੰਭ ਕਰ ਦਿੱਤੀ ਹੈ। ਮਾਮਲੇ 'ਚ ਇੱਕ IAS ਮਹਿਲਾ ਅਫਸਰ ਵੀ ਵਿਜੀਲੈਂਸ ਦੀ ਰਿਡਾਰ ਤੇ ਹੈ। ਸੋ ਸਭ ਤੋਂ ਵੱਡੀ ਖਬਰ ਹੈ, ਪੰਜਾਬ ਦੇ ਸਾਬਕਾ ਮੰਤਰੀ ਵਿਜੀਲੈਂਸ ਦੀ ਜਾਂਚ ਦੇ ਘੇਰੇ ਵਿੱਚ ਨੇ। ਮਾਮਲੇ 'ਚ ਇੱਕ IAS ਮਹਿਲਾ ਅਫਸਰ ਰਿਡਾਰ ਤੇ ਹੈ। मोहाली के इंडस्ट्रीयल एरिया फेस 9 स्थित कंपनी की 25 एकड़ जमीन का जायजा लिया। सुंदर शाम अरोड़ा के मंत्री होंदे जमीन खरीद च घोटाले के इल्जाम लगे हैं। इस खबर ते मनोज जोशी साडे पत्रकार सानू जानकारी दी सांझ पा रहे हैं। मनोज, की कुछ अपडेट है, किवें देखिए कि सुंदर शाम अरोड़ा दी मुश्किलां वधियां? जी किसी ने जो मसला हैगा इंडस्ट्री एरिया फेस 9 ਦੇ ਵਿੱਚ ਫਿਲਿਪਸ ਕੰਪਨੀ ਹੁੰਦੀ ਸੀਗੀ, ਉਹਦੀ ਜ਼ਮੀਨ ਨੂੰ ਲੈ ਕੇ ਮਸਲਾ ਸੀਗਾ ਕਿ ਜਦੋਂ ਇਹ ਸੁੰਦਰ ਸ਼ਾਮ ਅਰੋੜਾ ਕਾਂਗਰਸ ਦੇ ਇੰਡਸਟਰੀ ਅਤੇ ਕਮਰਸ ਮਿਨਿਸਟਰ ਸੀਗੇ, ਹੁਣ ਇਹ BJP 'ਚ ਨੇ, ਤੇ ਉਸ ਸਮੇਂ ਦੀ ਗੱਲ ਹੈ ਕਿ ਇਹ ਕੰਪਨੀ ਬੰਦ ਹੋ ਗਈ ਸੀਗੀ। ਫਿਰ ਇਹਦੀ ਜਿਹੜੀ ਬਿਲਡਿੰਗ ਸੀ ਉਹ ਸਾਰੀ ਢਾਹ ਕੇ ਇੱਥੇ ਦੁਆਰ ਤੋਂ ਲੱਗੀ ਪਲਾਟ ਕੱਟੇ ਗਏ ਸੀਗੇ। ਮਸਲਾ ਇਹ ਸੀਗਾ ਕਿ ਇੱਥੇ 12 ਪਲਾਟ ਕੱਟੇ ਗਏ ਸੀਗੇ ਤੇ ਆਰੋਪ ਇਹ ਲੱਗਿਆ ਇਹਨਾਂ ਦੇ ਉੱਪਰ ਕਿ 12 ਨੂੰ ਪਿੱਛੇ ਪਾਂਜਾ ਪਾ ਕੇ ਨੇ 125 ਕਰ ਲਿਆ ਸੀਗਾ। ਤੇ ਇसी ਮਸਲੇ ਨੂੰ ਲੈ ਕੇ ਤੁਹਾਨੂੰ ਗੱਲ ਦੱਸ ਦੇ ਕਿ ਇसी ਮਾਮਲੇ ਨੂੰ ਲੈ ਕੇ ਸੁੰਦਰ ਸ਼ਾਮ ਅਰੋੜਾ ਦੀ ਪਹਿਲਾਂ ਵੀ ਇੱਥੇ ਪੁੱਛਗਿੱਛ ਹੋਈ ਸੀਗੀ, ਪਰ ਉਸ ਦੌਰਾਨ ਉਹਨਾਂ ਨੇ ਮਤਲਬ ਕਿ ਜਿਹੜੇ ਇਸ ਮਾਮਲੇ ਦੀ ਜਾਂਚ ਕਰ ਰਹੇ ਅਫਸਰ ਸੀਗੇ ਔਰ ਇਸ ਮਾਮਲੇ ਨੂੰ ਦਬਾਉਣ ਵਾਸਤੇ ਉਹਨਾਂ ਨੂੰ ਕਿਹਾ ਤਾਂ ਕਿ ਇਹ ਮਾਮਲੇ ਨੂੰ ਖਤਮ ਕਰ ਦਿੱਤਾ ਜਾਵੇ। ਇਸ ਲਈ ਉਹਨਾਂ ਨੇ 1 ਕਰੋੜ ਰੁਪਏ ਦੀ ਆਫਰ ਉਹਨਾਂ ਨੂੰ ਕੀਤੀ ਸੀ, ਜਿਹਦੇ 50 ਲੱਖ ਰੁਪਏ ਦੇਣ ਆਏ ਉਹ ਗ੍ਰਿਫਤਾਰ ਕਰ ਲਏ ਗਏ ਸੀਗੇ। ਉਹ ਇਹੀ ਮਾਮਲਾ ਸੀਗਾ ਤੇ ਹੁਣ ਉਹ ਮਤਲਬ ਕਿ ਜੇਲ੍ਹ 'ਚ ਨੇ ਇਸ ਟਾਈਮ। ਪਰ ਉਹਨਾਂ ਦੇ ਜੇਲ੍ਹ ਤੋਂ ਜਾਣ ਤੋਂ ਬਾਅਦ ਇਹ ਮਤਲਬ ਕਿ ਕਰਪਸ਼ਨ ਦੇ ਕੇਸ ਤੋਂ ਬਾਅਦ ਦੁਆਰ ਤੋਂ ਹੁਣ ਵਿਜੀਲੈਂਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਵਿਜੀਲੈਂਸ ਦੀ ਜਿਹੜੀ ਟੀਮ ਹੈਗੀ ਹੈ, ਇੱਕ ਉਹ ਇੰਡਸਟਰੀਅਲ ਏਰੀਆ ਫੇਸ 9 ਵੀ ਜਾ ਕੇ ਚੈੱਕ ਕਰਕੇ ਆਈ ਹੈ ਕਿ ਕਿਸ ਤਰ੍ਹਾਂ ਦੇ ਪਲਾਟ ਸੀਗੇ, ਉਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਉਹਦਾ ਲੇਆਊਟ ਬਣਾਇਆ ਗਿਆ ਸੀਗਾ, ਤੇ ਗਲੀਆਂ ਤੇ ਸੜਕਾਂ ਜਿਹੜੀਆਂ ਹੈਗੀਆਂ ਉਹ ਕਿੱਦਾਂ ਦੀਆਂ ਚੌੜੀਆਂ ਨੇ, ਤੇ ਕਿਸ ਤਰ੍ਹਾਂ ਉਹ ਜਿਹੜੇ 12 ਤੋਂ 125 ਬਣਾਏ ਗਏ ਤਾਂ ਉੱਥੇ ਜਿਹੜੀ ਜ਼ਮੀਨ ਸੀਗੀ, ਜ਼ਮੀਨ ਦੇ ਉੱਪਰ ਕਿਆ ਫਰਕ ਪਿਆ, ਉਹ ਸਾਰੀ ਜਾਂਚ ਹੁਣ ਵਿਜੀਲੈਂਸ ਦੀ ਟੀਮ ਦੁਆਰਾ ਕੀਤੀ ਜਾ ਰਹੀ ਹੈ। ਇਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੋ ਉੱਥੇ ਰੋਡ ਨੇ ਉਹ ਵੀ ਮਤਲਬ ਕਿ ਛੋਟੀਆਂ ਉਹਨਾਂ ਨੂੰ ਦਿਖਾਈ ਦੇ ਰਹੇ ਨੇ। ਵਿਜੀਲੈਂਸ ਜਿਹੜੀ ਹੈਗੀ ਹੈ ਇਸ ਮਸਲੇ ਦੀ ਪੂਰੀ ਸੰਜੀਦਗੀ ਨਾਲ ਕੰਮ ਦੁਆਰ ਤੇ ਸ਼ੁਰੂ ਕਰ ਦਿੱਤਾ ਔਰ ਉਹਨਾਂ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ CM ਜੋ ਭਗਵੰਤ ਮਾਨ ਨੇ, ਉਹਨਾਂ ਨੇ ਵੀ ਇਸ ਮਸਲੇ ਵਿੱਚ ਪੂਰੀ ਜਾਂਚ ਕਰਨ ਵਾਸਤੇ ਪੂਰੀ ਹਰੀ ਝੰਡੀ ਦਿੱਤੀ ਔਰ ਕਿਹਾ ਕਿ ਇਸ ਮਸਲੇ ਦੀ ਪੂਰੀ ਤਹਿ ਤੱਕ ਜਾਇਆ ਜਾਵੇ। ਉਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਸ ਪੂਰੇ ਮਸਲੇ ਦੇ ਵਿੱਚ ਇੱਕ ਉਸ ਟਾਈਮ ਦੀ PSIC ਦੇ ਜੋ ਅਧਿਕਾਰੀ ਸੀਗੇ, ਮਹਿਲਾ IAS ਅਧਿਕਾਰੀ, ਉਹਨਾਂ ਨੂੰ ਵੀ ਮਤਲਬ ਕਿ ਜਾਂਚ ਲਈ ਬੁਲਾਇਆ ਜਾਊਗਾ। ਵਿਜੀਲੈਂਸ ਦੇ ਉਹ ਵੀ ਰਿਡਾਰ ਦੇ ਉੱਪਰ ਹਨ। ਜੀ ਕਿਸ਼ਨ। मनोज, ਸਾਬਕਾ ਅਸੀਂ ਦੇਖ ਰਹੇ ਹਾਂ ਮੰਤਰੀ ਸਵਾਲਾਂ ਦੇ ਘੇਰੇ 'ਚ ਹੈ, ਪਰ ਜਿਹੜੀ ਮਹਿਲਾ IAS ਅਫਸਰ ਹੈ ਉਸ ਦਾ ਕਿਸ ਤਰ੍ਹਾਂ ਦਾ ਰੋਲ ਸੀ, ਕਿਸ ਤਰ੍ਹਾਂ ਦਾ ਨੈਕਸਸ ਸੀ, ਕਿਵੇਂ ਤਾਣਾ ਬਾਣਾ ਬੁਣਿਆ ਗਿਆ, ਮੋਡਸ ਪ੍ਰੈਂਡੀ ਇਸ ਜਿਹੜੀ ਜੁਰਮ ਦੀ ਹੈ ਕੀ ਸੀ, ਵਿਜੀਲੈਂਸ ਨੂੰ ਹੁਣ ਤੱਕ ਕੀ ਕੁਝ ਰਿਕਵਰੀਆਂ ਹੋਈਆਂ ਨੇ ਜਾਂ ਕਿਸ ਤਰ੍ਹਾਂ ਦਾ ਜਾਂਚ ਦਾ ਘੇਰਾ ਹੈ? जी जो कंपनी ਸੀਗੀ ਇਹ ਮੋਹਾਲੀ ਦੀ ਪ੍ਰਾਈਮ ਲੈਂਡ ਹੈਗੀ ਆ, ਜਿਹਨੂੰ ਆਪਾਂ 에ਅਰਪੋਰਟ ਤੋਂ ਲਾਗੇ ਬੋਲ ਸਕਦੇ ਹਾਂ, ਜਿੱਥੇ ਫਿਲਿਪਸ ਕੰਪਨੀ ਹੋਇਆ ਕਰਦੀ ਸੀਗੀ। ਕੰਪਨੀ ਦੀ ਜਿਹੜੀ ਜ਼ਮੀਨ ਸੀਗੀ ਉਦੋਂ ਮਤਲਬ ਕਿ ਇਹਨਾਂ ਨੇ PSIC ਨੇ ਮਤਲਬ ਕਿ ਕਿਸੇ ਪਾਲਿਸੀ ਦੇ ਤਹਿਤ ਟ੍ਰਾਂਸਫਰ ਕਰਕੇ ਪ੍ਰਾਈਵੇਟ ਕੋ ਕੰਪਨੀ ਹੈ ਇੱਕ, ਉਹਦਾ ਨਾਂ ਹੈਗਾ ਕੀ ਕਹਿੰਦੇ ਆ ਆਪਣਾ ਗੁਲਮੋਹਰ ਦੇ ਨਾਂ ਤੇ ਕੰਪਨੀ ਹੈ, ਉਹਨਾਂ ਨੂੰ ਇਹ ਜ਼ਮੀਨ ਦੇ ਦਿੱਤੀ ਸੀਗੀ ਤੇ ਇੱਥੇ 12 ਪਲਾਟ ਬਣਾਏ ਜਾਣੇ ਸੀਗੇ। ਤੇ ਆਰੋਪ ਇਹ ਹੈ ਕਿ ਜਦੋਂ ਉਹ IAS ਅਫਸਰ ਸੀਗੇ ਮਹਿਲਾ, ਉਹਨਾਂ ਵੱਲੋਂ ਹੀ ਮਤਲਬ ਕਿ ਇਸ ਮਸਲੇ ਵਿੱਚ ਸਾਰੀ ਕਾਰਵਾਈ ਕੀਤੀ ਜਾ ਰਹੀ ਸੀਗੀ। ਤੇ ਉਸ ਦੇ ਵਿੱਚ ਜਦੋਂ ਬਾਅਦ ਦੇ ਵਿੱਚ ਮਤਲਬ ਕਿ ਆਰੋਪ ਹੈ ਕਿ ਉਹਨਾਂ ਨੇ ਜੋ ਮੰਤਰੀ ਸੀਗੇ ਕਹਿਣਾ ਵੀ ਉਹਨਾਂ ਦੇ ਦਬਾਅ 'ਚ ਆ ਕੇ ਉਹਨਾਂ ਦੇ ਉਸ 'ਚ ਆ ਕੇ ਉਹਨਾਂ ਨੇ ਉਸ ਨੂੰ ਮਤਲਬ ਕਿ ਪਿੱਛੇ 125 ਕਰ ਦਿੱਤਾ ਗਿਆ ਸੀਗਾ। ਤੇ ਉਹ ਵੀ ਕਹਿਣਾ ਹੈ ਕਿ ਜਦੋਂ ਉਹ ਅਫਸਰ ਚਲੇ ਗਏ ਸੀਗੇ, ਉਹਨਾਂ ਦੀ ਮਤਲਬ ਕਿ ਬਦਲੀ ਹੋ ਗਈ ਸੀ ਕਿ ਕੁਝ ਕਾਗਜ਼ ਤਾਂ ਉਸ ਤੋਂ ਬਾਅਦ ਵੀ ਮਤਲਬ ਕਿ ਸਾਈਨ ਹੋਏ ਨੇ। ਮਤਲਬ ਕਿ ਇਹ ਵੀ ਹੀ ਇੱਕ ਆਰੋਪ ਉੱਥੇ ਵਿਜੀਲੈਂਸ ਦੇ ਕੋਲ ਆਇਆ, ਜਿਹਦੀ ਵਿਜੀਲੈਂਸ ਜਾਂਚ ਕਰ ਰਹੀ ਹੈ। ਤੇ ਇਹ ਜਿਹੜਾ ਆਫਿਸਰ ਹੈਗੇ ਨੇ IAS ਅਫਸਰ, ਇਹਨਾਂ ਦੇ ਆਉਣ ਨਾਲ, ਇਹਨਾਂ ਦੇ ਵਿਜੀਲੈਂਸ ਸ਼ਾਮਲ ਹੋਣ ਨਾਲ ਪੂਰੀ ਜਿਹੜੀ ਤੈਅ ਹੈ ਉਹਦਾ ਪਤਾ ਚੱਲੂਗਾ ਕਿ ਅਸਲ 'ਚ ਮਸਲਾ ਕੀ ਹੈਗਾ ਕਿ ਜਦਕਿ ਸੁੰਦਰ ਸ਼ਾਮ ਅਰੋੜਾ ਉਹਨਾਂ ਨੂੰ ਲੈ ਕੇ ਇਹ ਵੀ ਕਿਹਾ ਜਾਂਦਾ ਕਿ ਜਿਹੜੀ ਕੰਪਨੀ ਹੈ ਜਿਹੜੀ ਕੰਮ ਕਰ ਰਹੀ ਹੈ ਉਹ ਵੀ ਉਹਨਾਂ ਦੇ ਨਜ਼ਦੀਕੀਆਂ ਨਾਲ ਹੈ, ਉਹਨਾਂ ਦੇ ਮਤਲਬ ਕਿ ਕਿਸੇ ਜਾਣਕਾਰ ਦੇ ਮਤਲਬ ਕਿ ਬੰਦੇ ਹੈਗੇ ਨੇ, ਉਹਨਾਂ ਦੀ ਕੰਪਨੀ ਸੀਗੀ। ਇਸ ਲਈ ਇਸ ਮਸਲੇ ਨੂੰ ਦੁਆਰ ਤੇ ਮਤਲਬ ਕਿ ਵਿਜੀਲੈਂਸ ਜਿਹੜੀ ਹੈਗੀ ਆ ਉਹ ਪੂਰੀ ਜਾਂਚ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਾਂਚ ਪਹਿਲਾਂ ਵੀ ਹੋ ਰਹੀ ਸੀਗੀ, ਪਰ ਇसी ਜਾਂਚ ਨੂੰ ਲੈ ਕੇ ਉਹ ਸੁੰਦਰ ਸ਼ਾਮ ਅਰੋੜਾ ਉਹਨਾਂ ਨੇ ਰਿਸ਼ਵਤ ਦਿੱਤੀ ਸੀਗੀ, ਦੇਣ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਹੁਣ ਉਹ ਕੇਸ ਖਤਮ ਹੋ ਗਿਆ, ਉਹ ਜੇਲ੍ਹ ਚਲੇ ਗਏ ਤੇ ਹੁਣ ਦੁਆਰ ਤੇ ਇਸ ਨੂੰ ਫਿਰ ਇੱਕ ਵਾਰੀ ਸ਼ੁਰੂ ਕਰ ਦਿੱਤਾ ਗਿਆ। ਤੇ ਹੁਣ ਆਉਣ ਵਾਲਾ ਟਾਈਮ ਦੱਸੂਗਾ ਕਿ ਇਹ 'ਚ ਕਾਰਵਾਈ ਹੁੰਦੀ ਹੈ ਤੇ ਕੌਣ
ਵਿਜੀਲੈਂਸ ਦੇ ਮਤਲਬ ਕਿ ਸਕੰਜੇ ਵਿੱਚ ਆਉਂਦੇ ਨੇ ਜੀ। ਪਰ ਮਨੋਜ, ਜਿਸ ਤਰ੍ਹਾਂ ਨਾਲ ਅਸੀਂ ਦੇਖਿਆ ਕਿ ਵੱਡੀ ਗਿਣਤੀ ਵਿੱਚ ਜਿਹੜੇ ਸਾਬਕਾ ਕਾਂਗਰਸੀਆਂ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਹੈ, ਜਿਹੜੇ ਨਵੇਂ ਬੀਜੇਪੀ ਦੇ ਲੀਡਰ ਬਣੇ ਨੇ ਉਹ ਵੀ ਸਵਾਲਾਂ ਦੇ ਘੇਰੇ 'ਚ ਨੇ। ਆਖਰਕਾਰ ਇਹ ਜਿਹੜਾ ਸਿਸਟਮ ਸ਼ੁਰੂ ਹੋਇਆ ਹੈ ਇਹ ਕਾਂਗਰਸੀਆਂ ਤੋਂ ਸ਼ੁਰੂ ਹੋਇਆ ਹੈ। ਅਕਾਲੀ ਦਲ ਦੀ ਲੀਡਰਸ਼ਿਪ ਹੁਣ ਅੱਜ ਦੇ ਸਮੇਂ 'ਚ ਵੀ ਜਿਹੜੀ ਉਹ ਘੇਰੇ 'ਚ ਹੈ। ਕਈਆਂ ਦੀ ਜਿਹੜੀ ਜਾਂਚ ਸਜਾਈ ਘੁਟਾਲੇ ਨੂੰ ਲੈ ਕੇ ਵੀ ਓਪਨ ਹੋਈ ਸੀ ਰੀਓਪਨ। ਪਰ ਇੱਕ ਪਾਸੇ ਸੁੰਦਰ ਸ਼ਾਮ ਅਰੋੜਾ ਨੇ ਜਿਨ੍ਹਾਂ ਨੇ ਬੀਜੇਪੀ 'ਚ ਸ਼ਾਮਲ ਹੋ ਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ। ਦੂਜੇ ਪਾਸੇ ਵਿਜੀਲੈਂਸ ਦੇ ਅਫਸਰ ਨੂੰ 50 ਲੱਖ ਰੁਪਏ ਦੀ ਰਿਸ਼ਵਤ। ਇਹ ਲਗਾਤਾਰ ਪਰਤ ਦਰ ਪਰਤ ਖੁੱਲ ਰਹੀ ਹੈ। ਆਖਰਕਾਰ ਇਹ ਐਨੇ ਵੱਡੇ ਘੁਟਾਲੇ ਇਹ ਪਹਿਲਾਂ ਕਿਉਂ ਨਹੀਂ ਸਾਹਮਣੇ ਆ ਸਕੇ? ਜੀ ਦੇਖੋ, ਇਹ ਜਿਹੜੀ ਮਸਲਾ ਸੀਗਾ ਕਾਫੀ ਟਾਈਮ ਤੋਂ ਇਹ ਸਰਕਾਰ ਦੇ ਕੋਲ ਵੀ ਸ਼ਿਕਾਇਤ ਹੋ ਰਹੀ ਸੀ। ਜਦੋਂ ਕਾਂਗਰਸ ਦੀ ਸਰਕਾਰ ਤੇ ਉਸ ਟਾਈਮ ਵੀ ਇਹਦੀਆਂ ਸ਼ਿਕਾਇਤਾਂ ਹੋਈਆਂ ਨੇ ਤੇ ਮਸਲਾ ਕਾਫੀ ਉੱਚਾ ਤੱਕ ਉਠਾਇਆ ਗਿਆ ਸੀਗਾ। ਜਿੱਦਾਂ ਕਿ ਆਪਣੇ ਸਾਬਕਾ ਕਾਂਗਰਸ ਮੰਤਰੀ ਸੀਗੇ, ਸਾਬਕਾ ਕਾਂਗਰਸੀ ਲੀਡਰ ਸੀਗੇ ਵੀਰ ਦਵਿੰਦਰ ਸਿੰਘ ਜੀ, ਉਹਨਾਂ ਨੇ ਇਹਦੀ ਸ਼ਿਕਾਇਤ ਲੋਕਪਾਲ ਕੋਲ ਵੀ ਕੀਤੀ ਸੀਗੀ। ਤੇ ਮਤਲਬ ਕਿ ਸੁੰਦਰ ਸ਼ਾਮ ਰੋੜਾ ਉਹਨਾਂ ਦੇ ਵਕੀਲਾਂ ਦਾ ਕਹਿਣਾ ਸੀਗਾ ਕਿ ਲੋਕਪਾਲ ਨੇ ਉਹਨਾਂ ਨੂੰ ਮਤਲਬ ਕਿ ਕਲੀਨ ਚਿੱਟ ਦਿੱਤੀ ਸੀਗੀ। ਪਰ ਇਹ ਮਸਲਾ ਉੱਠਦਾ ਰਿਹਾ ਸੀਗਾ ਕਿ ਇਸ ਤਰ੍ਹਾਂ ਇਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਕਿਸੇ ਨਾ ਕਰਕੇ ਉਹਨੂੰ ਮਤਲਬ ਕਿ ਦਬਾਉਣ ਦੀ ਇਹ ਕੋਸ਼ਿਸ਼ ਕੀਤੀ ਗਈਆਂ। ਜਦੋਂ ਸਰਕਾਰ ਬਦਲੀ ਹੈ ਤਾਂ ਸਰਕਾਰ ਬਦਲਣ ਤੋਂ ਬਾਅਦ ਇਹ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਦੁਆਰਾ ਤੋਂ ਲੋਕਾਂ ਨੇ ਫਿਰ ਕੀਤੀਆਂ ਕਿ ਨਵੀਂ ਸਰਕਾਰ ਆਈ ਹੈ, ਹੋ ਸਕਦਾ ਇਹ ਇਸ ਵਿੱਚ ਕਾਰਵਾਈ ਕਰੇਗੀ ਜਾਂ ਲੋਕਾਂ ਨੂੰ ਇਨਸਾਫ ਮਿਲ ਸਕੇਗਾ, ਜੋ ਘੁਟਾਲੇ ਹੋਏ ਨੇ ਉਹ ਸਾਹਮਣੇ ਆਣਗੇ। ਤਾਂ ਉਹ ਜਿਹੜੀ ਗੱਲ ਚੱਲਦੀ ਉਹ ਹੁਣ ਇਹਨਾਂ ਨੇ ਉਸ ਨੂੰ ਜਾਂਚ ਸਰਕਾਰ ਨੇ ਸ਼ੁਰੂ ਕਰ ਦਿੱਤੀ ਸੀਗੀ। ਜੇ ਜਾਂਚ ਸ਼ੁਰੂ ਕੀਤੀ ਮਤਲਬ ਕਿ ਦੂਜੇ ਮਤਲਬ ਕਿ ਪੱਖ ਦਾ ਇਹ ਵੀ ਕਹਿਣਾ ਸੀ ਕਿ ਜੇ ਜਾਂਚ ਸ਼ੁਰੂ ਹੋਈ ਹੈ ਤੇ ਜੇ ਕੁਝ ਨਹੀਂ ਸੀਗਾ ਇਸ ਵਿੱਚ ਤਾਂ ਸੁੰਦਰ ਸ਼ਾਮ ਅਰੋੜਾ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਆਫਰ ਕਰਨ ਦਾ ਵੀ ਕੋਈ ਜ਼ਰੂਰਤ ਨਹੀਂ ਸੀਗੀ ਜੇ ਕੁਝ ਨਹੀਂ ਹੈਗਾ, ਕਿਉਂਕਿ ਜੋ ਰਿਸ਼ਵਤ ਆਫਰ ਹੋਈ ਉਹ ਸਾਬਤ ਕਰਦੀ ਕਿ ਬਾਕੀ ਘੁਟਾਲਾ ਵੱਡਾ ਹੈਗਾ। ਤੇ ਵਿਜੀਲੈਂਸ ਦੀ ਮੰਨੇ ਤਾਂ ਇਹ ਜਿਹੜਾ ਘੁਟਾਲਾ ਤੇ 600 ਤੇ 700 ਕਰੋੜ ਰੁਪਏ ਦਾ ਘੁਟਾਲਾ ਹੈਗਾ, ਜਿਸ ਨੂੰ ਲੈ ਕੇ ਉਹ ਜਾਂਚ ਕਰ ਰਹੇ ਹਨ। ਇੱਦਾਂ ਨਹੀਂ ਕਿ ਛੋਟੇ ਮਸਲੇ ਨੂੰ ਲੈ ਕੇ ਜਾਂਚ ਹੋ ਰਹੀ ਹੈ। ਵਿਜੀਲੈਂਸ ਦਾ ਕਹਿਣਾ ਕਿ 600 ਤੇ 700 ਕਰੋੜ ਰੁਪਏ ਦਾ ਘੁਟਾਲਾ ਹੈ, ਜਿਹਨੂੰ ਅਸੀਂ ਪਰਦਾਫਾਸ਼ ਕਰਾਂਗੇ ਤੇ ਇਹਦੇ ਇਕੱਲੇ ਪਹਿਲੂ ਹੈ ਜੋ ਜਾਂਚ ਦੇ ਵਿੱਚ ਸ਼ਾਮਲ ਕਰਨੇ ਆਫਿਸਰ ਨੇ, ਚਾਹੇ ਉਹ ਹੁਣ ਮੌਜੂਦਾ ਨੇ, ਚਾਹੇ ਉਹ ਪੁਰਾਣੇ ਨੇ, ਚਾਹੇ ਉਹ ਮੰਤਰੀ ਸੀਗੇ, ਚਾਹੇ ਉਹਨਾਂ ਦੇ ਹੋਰ ਨਜ਼ਦੀਕੀ ਨੇ, ਉਹਨਾਂ ਨੂੰ ਸਭ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਊਗਾ। ਤੇ ਪੂਰੀ ਟੀਮ ਉਹ ਤਿਆਰ ਹੋ ਚੁੱਕੀ ਹੈ ਤੇ ਉਸਨੇ ਜ਼ਮੀਨ ਤੇ ਹੀ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਤੇ ਜਿਹੜੇ ਐਕਸਪਰਟਸ ਨੇ ਵਿਜੀਲੈਂਸ ਦੇ ਜਿਹੜੇ ਮਤਲਬ ਕਿ ਟੈਕਨੀਕਲ ਸਟਾਫ ਹੈ ਉਹ ਵੀ ਮੌਕੇ ਤੇ ਜਾ ਕੇ ਪੂਰੀ ਜਾਣਕਾਰੀ ਇਕੱਤਰ ਕਰ ਰਿਹਾ ਜੀ। ਬਹੁਤ ਸ਼ੁਕਰੀਆ ਮਨੋਜ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ।